Even I say Dr. Manmohan Singh is intellectually corrupt. Including ਤੁਹਾਡਾ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਜੇ ਉਸ ਵੇਲੇ 5 ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਕੇ ਜੀ 5 ਸਪੈਸ਼ਲ ਪ੍ਰੋਸੀਕਿਊਟਰ ਬਣਾ ਦਿੰਦਾ ਠੀਕ 15-20 ਬੰਦਿਆਂ ਨੂੰ ਫਾਂਸੀ ਦੇ ਦਿਓ ਲੋਕ ਠੰਡੇ ਹੋ ਜਾਣਗੇ। ਫੁੱਲ ਰਿਸਪੌਂਸਿਬਿਲਿਟੀ ਨਾਲ ਕਹਿਣਾ 90% ਜੀ ਚੀਫ ਸੈਕਟਰੀਜ਼ ਜੀ DGPs in the states ਜੀ secretaries to government of India DGP in the central that intellectually corrupt। ਫਿਰ 1927 ਚ ਬਾਬਾ ਅੰਬੇਦਕਰ ਠੀਕ 7 ਕਰੋੜ ਦਲਿਤ ਲੈ ਕੇ ਸਿੱਖ ਬਣਨ ਨੂੰ ਤਿਆਰ ਸੀ। ਗੁਰੂ ਰਵਿੰਦਰਨਾਥ ਵੀ ਸਿੱਖ ਬਣ ਜਾਂਦਾ ਨਾ ਉਹਨੂੰ ਬਲਦੇਵ ਸਿੰਘ ਨੂੰ ਕਹਿੰਦੇ ਸੀ ਇਹ ਸਰਦਾਰ ਸਾਹਿਬ ਤੁਹਾਨੂੰ ਇੱਥੇ ਕੋਈ ਨਹੀਂ ਜਾਣਦਾ ਸਾਨੂੰ ਪਤਾ ਕਿ ਤੁਸੀਂ ਕਿੰਨੇ ਬਹਾਦਰ ਹੋ ਠੀਕ ਹੈ ਤੁਸੀਂ ਇੱਥੇ ਠਹਿਰ ਜਾਓ ਅਸੀਂ ਤੁਹਾਡਾ 25-30 MP ਬੁਲਾਓ ਚਾਹ ਪਾਣੀ ਪਿਲਾਓ ਬਾਕੀ ਅਸੀਂ ਪਿੱਛਾ ਕਰਾਂਗੇ ਤੁਹਾਨੂੰ ਕੁਛ ਨਾ ਕੁਛ ਲੈ ਦਿਆਂਗੇ ਤੇ ਬਲਦੇਵ ਸਿੰਘ ਐਡਾ ਗਦਾਰ ਹੋਰ ਕੁਛ ਨਹੀਂ ਮਿਲਦਾ ਤਾਂ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਜ਼ਰੂਰ ਮਿਲ ਜਾਂਦਾ। ਗਿਆਨੀ ਗੁਰਮੁਖ ਸਿੰਘ ਮੁਸਾਫਰ ਅਕਾਲੀ ਸੀ ਉਸ ਵੇਲੇ ਇੱਕ ਵੋਟ ਨਾਲ ਇਹ ਹਿੰਦੀ ਰਾਸ਼ਟਰ ਭਾਸ਼ਾ ਬਣੀ ਇਟ ਇਜ਼ ਔਨ ਰਿਕਾਰਡ। ਪੰਡੇਰ ਸਾਹਿਬ ਸਾਡੀ ਜਾਣਕਾਰੀ ਮੁਤਾਬਕ ਤੁਸੀਂ ਕੁਝ ਸਮਾਂ ਤੁਹਾਡੀ ਪੋਸਟਿੰਗ ਜਿਹੜੀ ਆ ਸ੍ਰੀਨਗਰ ਵੀ ਰਹੀ ਆ ਹਾਂਜੀ ਔਰ ਜਿਹੜਾ ਪੰਜਾਬ ਦਾ ਤੇ ਉੱਥੋਂ ਦਾ ਜਿਹੜਾ ਜੀਓਗ੍ਰਾਫੀਕਲ ਬੜਾ ਫਰਕ ਆ ਤੇ ਕੋਈ ਤੁਹਾਨੂੰ ਲੱਗਦਾ ਡਿਊਟੀ ਕਰਨ ਦੇ ਵਿੱਚ ਪੰਜਾਬ ਦੇ ਬਾਰਡਰਸ ਦੇ ਉੱਤੇ ਜਾਂ ਸ੍ਰੀਨਗਰ ਦੇ ਵਿੱਚ ਜਿਹੜੇ ਬਾਰਡਰ ਸ੍ਰੀਨਗਰ ਦੇ ਵਿੱਚ ਮੇਰੇ ਕੋਲ 4 ਬਟਾਲੀਅਨ ਸੀ ਜੀ ਤੋਂ ਮੇਰੀਆਂ 3 ਬਟਾਲੀਅਨ ਤਾਂ ਆਰਮੀ ਦੇ ਅੰਡਰ ਕੰਟਰੋਲ ਸੀ ਡਿਪਲਾਇਡ ਹਾਂਜੀ 1 ਬਟਾਲੀਅਨ ਰਿਜ਼ਰਵ ਸੀ ਜੀ ਕਿ ਜਿੱਥੇ ਕੋਈ ਹੋਵੇ ਉੱਥੇ ਉਹ ਭੇਜ ਦੇਈਦੀ। ਕਿਹੜੇ ਸੰਨ 'ਚ ਸੀ ਤੁਸੀਂ ਸ੍ਰੀਨਗਰ? ਮੈਂ ਜੀ ਉੱਥੇ 15 ਜਨਵਰੀ 1983 ਤੋਂ 30 ਜਨਵਰੀ 1984 ਤੱਕ ਰਿਹਾ ਜੀ 1 ਸਾਲ। ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਅੰਮ੍ਰਿਤਸਰ ਪਹੁੰਚੇ? ਫਿਰ ਮੈਂ ਅੰਮ੍ਰਿਤਸਰ 31 ਜਨਵਰੀ ਨੂੰ। ਠੀਕ ਹੈ ਜੀ। ਅਤੇ ਕੀ ਉੱਥੇ ਲੱਗਦਾ ਸੀ ਉੱਥੋਂ ਦੇ ਹਾਲਾਤ ਜਾਂ ਪੰਜਾਬ ਉਦੋਂ ਤੱਕ ਸ਼ਾਇਦ ਉੱਥੇ ਇੰਨੀ ਜ਼ਿਆਦਾ ਨਹੀਂ ਸੀ ਹੈਗੀ ਬਿਲਕੁਲ ਪੀਸਫੁਲ ਸੀ ਜੀ ਉਦੋਂ ਪੀਸਫੁਲ ਸੀ ਉਸ ਵੇਲੇ ਪੀਸਫੁਲ ਸੀ ਠੀਕ ਤੇ ਇਹ ਤਾਂ ਬਾਅਦ 'ਚ ਖਰਾਬ ਹੋਈ ਹੈ ਠੀਕ ਤੇ ਇਨਫੈਕਟ ਮੈਂ ਤਾਂ ਇਹ ਕਹਾਂਗਾ ਕਿ ਇਹਦੇ 'ਚ ਸੈਂਟਰਲ ਗਵਰਨਮੈਂਟ ਦਾ ਹੱਥ ਵੱਧ ਹੈਗਾ ਕਿਉਂਕਿ ਉਹ ਫਾਰੂਕ ਅਬਦੁੱਲਾ ਜੀ ਇਲੈਕਟਡ ਚੀਫ ਮਿਨਿਸਟਰ ਸੀ ਜੀ ਇਹਨਾਂ ਨੇ ਮਿਲ ਮਿਲਾ ਕੇ ਉਹਦੇ ਹੀ ਉਹ ਸਾਲੇ ਨੂੰ ਉਹਨੂੰ ਗੁਲਸ਼ਾ ਕਹਿੰਦੇ ਆ ਜੀ ਉਹਨੂੰ ਮੁੱਖ ਮੰਤਰੀ ਬਣਾਇਆ ਹੀ ਵਾਸ ਨਾਟ ਵੈਰੀ ਪਪੂਲਰ ਜੀ ਉੱਥੋਂ ਤੋਂ ਹੀ ਲੋਕ ਵਿਗੜਨੇ ਸ਼ੁਰੂ ਹੋ ਗਏ। ਜਦੋਂ ਵੀ ਤੁਸੀਂ ਪ੍ਰੋਪਰਲੀ ਇਲੈਕਟਡ ਗਵਰਨਮੈਂਟ ਨੂੰ ਜੀ ਪੂਰੇ 5 ਸਾਲ ਨਾ ਪੂਰੇ ਕਰਨ ਦਿਓ ਠੀਕ ਉਹਨੂੰ ਹਿੱਟ ਕਰਕੇ ਟਾਪਲ ਕਰੋ ਜੀ ਜਿਵੇਂ ਮਿਸ ਇੰਦਰਾ ਗਾਂਧੀ ਕਰਦੀ ਸੀ ਨਾਰਥ ਈਸਟ ਦੇ ਵਿੱਚ ਜੀ ਤੇ ਲੋਕ ਫਿਰ ਆਪੇ ਕਹਿੰਦੇ ਵੀ ਮਰਦਾ ਕੀ ਨਹੀਂ ਕਰਦਾ ਤੇ ਇਸ ਤਰ੍ਹਾਂ ਲੋਕ ਵਿੜ ਜਾਂਦੇ ਆ ਜੇ ਤੁਸੀਂ ਉਹਨੂੰ 5 ਸਾਲ ਪੂਰੇ ਕਰਨ ਦਿਓ ਆਪਣਾ ਕੰਮ ਕਰਨ ਦਿਓ ਤੇ ਠੀਕ ਇਸ ਕਰਕੇ ਉਹ ਫਾਰੂਕ ਅਬਦੁੱਲਾ ਨੂੰ ਡਿਸਮਿਸ ਕੀਤਾ ਜਗਮੋਹਨ ਸਾਹਿਬ ਨੇ ਉਹ ਗੁਲਸ਼ੇ ਨੂੰ ਉਹਦਾ ਨਾਮ ਪੂਰਾ ਨਹੀਂ ਜਾਣਦਾ ਉਹਨੂੰ ਕੀਤਾ ਉਸ ਤੋਂ ਬਾਅਦ ਗੜਬੜ ਸ਼ੁਰੂ ਹੁੰਦੀ ਵੱਧ ਗਈ। ਅਦਰਵਾਈਜ਼ ਤੁਸੀਂ ਹੈਰਾਨ ਹੋਵੋਗੇ ਜੀ ਕਿ 1948 ਚ ਜੀ ਹਿੰਦੁਸਤਾਨ ਦੇ ਵਿੱਚ 2 ਸਿਵਲੀਅਨ ਨੂੰ ਮਹਾਵੀਰ ਚੱਕਰਾ ਮਿਲਿਆ ਠੀਕ ਇੱਕ ਤਾਂ ਅੱਧਾ ਸਿਵਲੀਅਨ ਸੀ ਅੱਧਾ ਫੌਜੀ ਸੀ ਗੜਵਾਲ ਰਾਈਫਲ ਦਾ ਕੁੱਕ ਸੀ 1948 ਚ ਕਸ਼ਮੀਰ ਤੇ ਉਹਨੂੰ ਮਿਲਿਆ ਠੀਕ ਦੂਜਾ ਇੱਕ ਜੁਜੀਲਾ ਪਾਸ ਹੀ ਕੈਪਚਰ ਕੀਤਾ ਸੀ ਜੀ 20 ਨਵੰਬਰ 1948 ਨੂੰ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਜੀ ਪਟਿਆਲੇ ਦੀ ਪਹਿਲੀ ਪਲਟਨ ਸੀ ਫਸਟ ਪਟਿਆਲਾ ਜੀ ਉਹਦੇ 3 ਬੰਦੇ ਬਰਫ਼ 'ਚ ਦੱਬ ਗਏ ਇਹਨਾਂ ਨੂੰ ਲੱਭੇ ਨਾ ਜੀ ਉੱਥੇ ਇੱਕ ਕਸ਼ਮੀਰੀ ਮੁਸਲਮਾਨ ਸੀਗਾ ਪੋਰਟਰ ਜੀ ਉਹਦਾ ਨਾਂ ਹੈਗਾ ਮੁਹੰਮਦ ਇਸਮਾਇਲ ਅਜੇ ਵੀ ਹੈ 92-93 ਸਾਲ ਦਾ ਜੀ ਉਹ ਕਹਿੰਦਾ ਜਨਾਬ ਅਗਰ ਇਜਾਜ਼ਤ ਹੋਵੇ ਮੈਂ ਟਰਾਈ ਕਰਾਂ ਤੂੰ ਕਰ ਲੈ ਜੀ ਤੇ ਉਹ ਜੀ 3 ਬੰਦੇ ਬਰਫ਼ ਦੇ ਥੱਲੇ ਦੱਬੇ ਹੋਏ ਜੀ ਅੱਧ ਮਰੇ ਜੀ ਉਹ ਕੱਢ ਲਿਆ ਉਹ ਬਚ ਗਏ ਅੱਛਾ ਉਹਨੂੰ ਮਹਾਵੀਰ ਚੱਕਰਾ ਮਿਲਿਆ ਹੀ ਇਜ਼ ਦਾ ਓਨਲੀ ਪਿਓਰ ਸਿਵਲੀਅਨ ਜੀ ਜਿਹਨੂੰ ਮਹਾਵੀਰ ਚੱਕਰਾ ਸਿਵਲੀਅਨ ਨੂੰ ਮਿਲਿਆ ਨਹੀਂ ਤਾਂ ਫੌਜੀਆਂ ਨੂੰ ਮਿਲਦਾ ਜਾਂ ਗੜਵਾਲ ਰਾਈਫਲ ਦਾ ਕੁੱਕ ਹੈਗਾ ਉਹ ਵੀ ਅੱਧਾ ਫੌਜੀ ਹੈ ਤੇ ਉਹ ਜਿਹੜੇ ਕਸ਼ਮੀਰੀ ਸਾਡੇ ਫਿਰ 1965 ਚ ਜਿਹੜੇ ਪਾਕਿਸਤਾਨੀ ਆਏ ਨੇ ਜੀ ਇਹ ਸਾਡੀ CID ਨੇ ਜਾਂ ਇੰਟੈਲੀਜੈਂਸ ਨੇ ਨਹੀਂ ਦੱਸਿਆ ਜੀ ਇਹ ਸਾਨੂੰ ਕਸ਼ਮੀਰੀ ਮੁਸਲਮਾਨ ਨੇ ਦੱਸਿਆ ਠੀਕ ਕਿ ਜੀ ਇੱਥੇ ਨਵੇਂ ਬੰਦੇ ਆਏ ਇਹਨਾਂ ਨੂੰ ਫੜ ਲਓ
ਠੀਕ ਤੇ ਜਿਹੜੇ ਕਸ਼ਮੀਰੀ ਦੇ ਵਾ ਸੋ ਲਾਇਲ, ਵਾਈ ਦੇ ਆਰ ਗੋਇੰਗ ਅਗੇਂਸਟ ਅਸ, ਇਹ ਦੇਖਣ ਵਾਲਾ ਗੱਲ ਹੈ। ਹਾਂ, ਉਹਦੇ 'ਚ ਇਹ ਹੈ ਕਿ ਵੀ ਜਿੰਨਾ ਵੀ ਕਸ਼ਮੀਰ ਨੂੰ ਪੈਸਾ ਜਾਂਦਾ ਸੀ ਉਸ ਵੇਲੇ 50 ਫੈਮਲੀਆਂ ਉਹੀ ਖਾਈ ਜਾਂਦੀਆਂ ਸੀ। ਉਹਨਾਂ ਦੇ ਦਿੱਲੀ ਸ਼ੋਰੂਮ ਵੀ ਹੈਗੇ, ਸ਼੍ਰੀਨਗਰ ਵੀ, ਬੰਬੇ, ਕਲਕੱਤਾ, ਟੋਕੀਓ ਸਾਰੇ ਹੈਗੇ। ਉਹ ਗਰੀਬ ਆਦਮੀ ਕੋਲ ਜਾਂਦਾ ਹੀ ਕੁਛ ਨਹੀਂ। ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਮੈਂ ਦੇਖਿਆ ਜਿਹੜਾ ਦੇ ਵਿੱਚ ਡੀਲ ਕੀਤਾ 95% ਜਿਹੜੇ ਟੈਰਰਿਸਟ ਨੇ ਉਹ ਵੀ ਅੱਛੇ ਆਦਮੀ ਆ। ਦੇ ਆਰ ਦਾ ਵਿਕਟਮਸ ਆਫ ਸਰਕਮਸਟੈਂਸਿਸ। ਜੇ ਤੁਸੀਂ ਉਹਨੂੰ ਫੇਅਰ ਟ੍ਰੀਟਮੈਂਟ ਦਿਓ ਹਰੇਕ ਆਦਮੀ ਨੂੰ, ਠੀਕ, ਕੋਈ ਆਦਮੀ ਵੀ ਗੁੰਡਾ ਬਣਨਾ ਨਹੀਂ ਚਾਹੁੰਦਾ। ਬਿਲਕੁਲ ਠੀਕ। ਇਹ ਵਿਕਟਮ ਨੂੰ ਸਰਕਮਸਟੈਂਸਿਸ ਨੇ ਜਾਂ ਜ਼ਿਆਦਤੀ ਹੈ ਜਾਂ ਰੀਡਰੈਸਲ ਆਫ ਗ੍ਰੀਵੈਂਸਿਸ ਹੈਗਾ, ਉਹ ਨਾ ਹੋਵੇ ਤਾਂ ਉਹ ਦੈਨ ਹੀ ਟੇਕਸ ਦਾ ਰੋਂਗ ਪਾਥ। ਲਓ ਦੇਖੋ 1984 ਤੋਂ 9 ਸਾਲ ਪਹਿਲਾਂ ਜੀ ਸ਼ੇਖ ਮੁਜੀਬੁਰ ਰਹਿਮਾਨ 1975 ਚ ਮਾਰਿਆ ਗਿਆ ਜੀ। ਹਾਂ, ਉਹੀ ਕਾਨੂੰਨ, ਉਹੀ ਲਾ, ਸਭ ਕੁਝ ਕਰਕੇ ਉਹਨਾਂ ਨੇ 5 ਸਪੈਸ਼ਲ ਟ੍ਰਿਬਿਊਨਲ ਬਿਠਾ ਕੇ ਸਪੈਸ਼ਲ 11 ਬੰਦਿਆਂ ਨੂੰ ਫਾਂਸੀ ਦੇਦਾ। ਠੀਕ। ਇਹ 1984 ਚ 6000 ਸਿੱਖ ਮਾਰਿਆ ਗਿਆ ਗਵਰਨਮੈਂਟ ਦੀ ਫਿਗਰ ਦੇ ਮੁਤਾਬਕ। ਅਜੇ ਵੀ ਇੱਕ ਬੰਦੇ ਨੂੰ ਫਾਂਸੀ ਨਹੀਂ ਆਈ। ਠੀਕ। ਇਨਕਲੂਡਿੰਗ ਤੁਹਾਡਾ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ, ਜੇ ਉਸ ਵੇਲੇ 5 ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਕੇ 5 ਸਪੈਸ਼ਲ ਪ੍ਰੋਸੀਕਿਊਟਰ ਬਣਾ ਦਿੰਦਾ, 15-20 ਬੰਦਿਆਂ ਨੂੰ ਫਾਂਸੀ ਦੇ ਦਿਓ, ਲੋਕ ਠੰਡੇ ਹੋ ਜਾਣਗੇ। ਠੀਕ। ਹੁਣ ਉਹ ਜਿਹਦੇ ਭਾਈ, ਮਾਂ ਨੂੰ, ਭੈਣ ਨੂੰ ਜਿਉਂਦਾ ਜਲਾਇਆ ਗਿਆ, ਛੋਟੇ ਛੋਟੇ ਬੱਚੇ ਉੱਠਿਆ ਗਏ, ਉਹ ਦਿਲ 'ਚ ਰੰਜ ਤਾਂ ਰਹਿਣਾ ਹੀ ਆ। ਬਿਲਕੁਲ ਠੀਕ। ਤੋ ਇਟ ਇਜ਼ ਦਾ ਗ੍ਰੀਵੈਂਸਿਸ। ਮਤਲਬ ਕਿਤੇ ਨਾ ਕਿਤੇ ਉਹ ਅਹਿਸਾਸ ਕਰਾਉਂਦਾ ਕਿ ਸਾਨੂੰ ਦੂਸਰੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ। ਕਿਸੇ ਵੇਲੇ ਵੀ ਭੜਕ ਜਾ। ਹਾਂ, ਜਿਹੜੇ 84 ਦੇ ਤੁਸੀਂ ਉਹਨਾਂ ਤੋਂ ਖੁਸ਼ੀ ਦੀ ਗੱਲ ਕਰ ਰਹੇ ਹੋ। ਹੋਰ ਤਾਂ ਹੋਰ ਪੈਸਾ ਕੋਟਾ ਆਪਣਾ ਬਾਣੀ। ਮੈਂ ਤਾਂ ਇਹ ਵੀ ਕਰਪਸ਼ਨ 3 ਕਿਸਮ ਦੀ ਹੁੰਦੀ ਹੈ। ਇੱਕ ਤਾਂ ਫਿਜ਼ੀਕਲ, ਜਿਹੜਾ ਮਨੀ ਐਂਡ ਮਟੀਰੀਅਲ, ਇਹ ਤਾਂ ਕਾਫੀ ਲੋਕ ਹੈਗੇ। ਦੂਜਾ ਸੈਕਸ਼ੂਅਲ ਕਰਪਸ਼ਨ। ਤੀਜਾ ਹੈ ਇੰਟੈਲੈਕਚੁਅਲ ਕਰਪਸ਼ਨ। ਇੰਟੈਲੈਕਚੁਅਲ ਕਰਪਸ਼ਨ ਇਜ਼ ਕਿ ਵੈਨ ਯੂ ਨੋ ਸਮਥਿੰਗ ਇਜ਼ ਰੋਂਗ ਐਂਡ ਯੂ ਡੂ ਨਾਟ ਟੇਕ ਕਰੈਕਟ ਐਕਸ਼ਨ, ਦੈਟ ਇਜ਼ ਆਪਣੇ ਫਾਇਦੇ ਵਾਸਤੇ, ਨੌਕਰੀ ਵਾਸਤੇ ਜਾਂ ਪੋਸਟਿੰਗ ਵਾਸਤੇ, ਦੈਟ ਇਜ਼ ਕਾਲਡ ਇੰਟੈਲੈਕਚੁਅਲ ਕਰਪਸ਼ਨ। ਮੈਂ ਫੁੱਲ ਰਿਸਪੌਂਸਿਵ ਨਾਲ ਕਹਿਣਾ 90% ਚੀਫ ਸੈਕਟਰੀਜ਼, DGPs in the states, secretaries to government of India, DGP in the central, that are intellectually corrupt. They do not do the right thing which is required under the law and facts of the case. Even I say Dr. Manmohan Singh is intellectually corrupt. ਕਿਉਂਕਿ ਜੇ ਉਹ 10 ਸਾਲ ਪ੍ਰਧਾਨ ਮੰਤਰੀ ਰਿਹਾ, 5 ਜੁਡੀਸ਼ੀਅਲ ਟ੍ਰਿਬਿਊਨਲ ਬਿਠਾ ਦਿੰਦਾ 1984 ਦੇ ਕੇਸਾਂ ਤੇ, 5 ਸਪੈਸ਼ਲ ਪ੍ਰੋਸੀਕਿਊਟਰ 10-15 ਦਿਨ ਫਾਂਸੀ ਦਿਓ, ਲੋਕ ਠੰਡੇ ਹੋ ਜਾਣਗੇ। ਜਿਹਦੇ ਮਨ 'ਚ ਰੰਜਿਸ਼ ਆ ਹੋ ਜਾਏਗਾ। ਬਿਲਕੁਲ ਸਹੀ। ਇੱਕ ਬੰਦੇ ਨੂੰ ਉਮਰ ਕੈਦ ਹੋਈ ਆ ਸੱਜਣ ਕੁਮਾਰ ਨੂੰ, ਉਹ ਕੋਈ ਡਾਕਟਰ ਮਨਮੋਹਨ ਸਿੰਘ ਨੇ ਕਿਸੇ ਹੋਰ ਨੇ ਨਹੀਂ ਕੀਤੀ। ਉਹ ਜਿਹੜਾ ਚੀਫ ਜਸਟਿਸ ਆਫ ਇੰਡੀਆ ਸੀ ਰੰਜਨ ਗਗੋਈ, ਜਦੋਂ ਇਹ ਸੈਸ਼ਨ ਕੋਰਟ ਤੋਂ ਬਰੀ ਹੋ ਗਿਆ, ਉਹਨੇ ਹਾਈ ਕੋਰਟ ਨੂੰ ਆਰਡਰ ਕੀਤਾ ਕਿ ਇਹ ਟ੍ਰਾਇਲ ਮੁੜ ਤੇ ਕਰੋ। ਉਹਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਕੀਤਾ, ਇੱਥੇ ਦਾ ਟੌਪ ਐਡਵੋਕੇਟ ਆ ਕ੍ਰਿਮੀਨਲ ਲਾ ਦਾ, ਮਿਸਟਰ RS ਚੀਮਾ। ਉਹਨੇ ਪ੍ਰੋਸੀਕਿਊਸ਼ਨ ਪੂਰਾ ਜ਼ੋਰ ਲਾਇਆ। ਉਹਦੀ ਬੇਟੀ ਨੇ ਵੀ ਬੜੀ ਮਿਹਨਤ ਕੀਤੀ, ਪੁਰਾਣੇ ਲੱਗ ਕੇ 10-10 ਵਾਰੀ ਉਹਨਾਂ ਦੀ ਰਿਹਰਸਲ ਕਰਾਈ, ਉਹਨੂੰ ਉਮਰ ਕੈਦ ਕਰਾਈ। ਪਰ ਉਹ ਖਾਸ ਨਹੀਂ ਹੈਗਾ। ਘੱਟੋ 15 ਬੰਦੇ ਤਾਂ ਜੇ ਬੰਗਲਾ ਦੇ 9 ਸਾਲ ਪਹਿਲਾਂ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? So this is the intellectual corruption of Dr. Manmohan Singh. ਇਹ ਮੇਰੇ ਖਿਆਲ ਇਹ ਸ਼ਾਇਦ ਆਪਣੀ ਕਿਸਮ ਦੇ ਤੁਸੀਂ ਪਹਿਲੇ IPS ਆਫੀਸਰ ਹੋ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਵੀ ਕਰਪਟ ਕਿਹਾ। Of course. ਕਿਉਂਕਿ ਉਹਨਾਂ ਨੂੰ ਤਾਂ ਕਿਹਾ ਕਿ ਸਭ ਤੋਂ ਕਰਪਟ ਸਰਕਾਰ ਦੇ ਇਮਾਨਦਾਰ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ। He is intellectually corrupt. ਠੀਕ, ਮੈਂ ਸਮਝ ਗਿਆ। When you know something is wrong and you are in a position to take action, you don't take action. It is intellectual corruption. ਠੀਕ ਹੈ। ਮੇਰੇ ਨਾਲ ਕੋਈ ਗੱਲ ਨਹੀਂ ਕਰ ਸਕਦਾ। ਠੀਕ ਗੱਲ, ਬਿਲਕੁਲ। ਔਰ ਬਹੁਤ ਵੱਡੀ ਹੈ। ਇਸੇ ਤਰ੍ਹਾਂ ਅਕਾਲੀ ਨੇ 1997 ਚ ਇਹਨਾਂ ਦਾ ਇਹ ਇਲੈਕਸ਼ਨ ਮੈਨੀਫੈਸਟੋ ਸੀ ਕਿ ਅਸੀਂ ਟਰੁੱਥ ਕਮਿਸ਼ਨ ਬਿਠਾਵਾਂਗੇ। ਜਦੋਂ ਕੁਰਸੀ ਮਿਲ ਗਈ ਸਭ ਕੁਝ ਭੁੱਲ ਗਏ। ਹੁਣ ਫਿਰ ਲੋਲੀਪੌਪ ਦੇਈ ਜਾਂਦੇ ਨੇ। ਪਤਾ ਨਹੀਂ ਲੋਕਾਂ ਦੀ ਮੈਂਟੈਲਿਟੀ ਨੂੰ ਕੀ ਹੋ ਗਿਆ, ਮੈਂ ਸਮਝ ਨਹੀਂ ਲੱਗਦੀ। ਮੈਂ ਤਾਂ ਉਹੀ ਕਹਿਣਾ ਵੀ, ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਬਈ ਜਿੰਨਾ ਨੁਕਸਾਨ ਸਿੱਖਾਂ ਦਾ, ਪੰਜਾਬੀ ਦਾ, ਪੰਜਾਬ ਦਾ ਅਕਾਲੀਆਂ ਨੇ ਕੀਤਾ, ਇੰਨਾ ਨੁਕਸਾਨ ਔਰੰਗਜ਼ੇਬ। ਮੈਂ ਤੁਹਾਨੂੰ ਇੱਕ ਦੱਸਣਾ ਭੁੱਲ ਗਿਆ, 1920 ਚ ਇਹ 3 ਸਿੱਖ ਇੰਟੈਲੈਕਚੁਅਲ ਸੀਗੇ। ਭਾਈ ਵੀਰ ਸਿੰਘ ਬਹੁਤ ਵੱਡੇ ਸਾਹਿਤਕਾਰ ਸਕਾਲਰ, ਇੱਕ ਸੀਗੇ ਭਾਈ ਤਰਲੋਚਨ ਸਿੰਘ ਜਿਹੜੇ ਪੰਜਾਬ ਸਿੰਧ ਬੈਂਕ ਦੇ ਪਹਿਲੇ ਮੈਨੇਜਰ ਸੀ। ਉਹਨਾਂ ਨੂੰ ਅੰਗਰੇਜ਼ ਨੂੰ ਕਨਵਿੰਸ ਕੀਤਾ ਕਿ ਹਿੰਦੂਆਂ ਨੂੰ ਤੁਸੀਂ ਬਨਾਰਸ ਹਿੰਦੂ ਯੂਨੀਵਰਸਿਟੀ ਦਿੱਤੀ, ਮੁਸਲਮਾਨਾਂ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਿੱਤੀ,
ਬਿਲਕੁਲ ਠੀਕ। ਤੇ ਸਾਨੂੰ ਵੀ ਸਿੱਖ ਅੰਗਰੇਜ਼ ਮੰਨ ਗਿਆ ਸੀ। ਠੀਕ। ਇਹ 20 ਅਪ੍ਰੈਲ 1920 ਦੀ ਗੱਲ ਹੈ। ਉਹਨੇ ਕਿਹਾ ਜੀ ਪ੍ਰਿੰਸ ਆਫ ਵੇਲਜ਼ ਲਾਹੌਰ ਆ ਰਿਹਾ। ਠੀਕ। ਉਸ ਤੋਂ ਬਾਅਦ ਤੁਸੀਂ ਉਹਨੂੰ ਅੰਮ੍ਰਿਤਸਰ ਬੁਲਾਓ ਖਾਲਸਾ ਕਾਲਜ 'ਚ। ਠੀਕ ਹੈ। ਖਾਲਸਾ ਕਾਲਜ ਆਨਰ ਕਰੋ, ਹੀ ਡਿਕਲੇਅਰ ਖਾਲਸਾ ਕਾਲਜ ਐਜ਼ ਏ ਸਿੱਖ ਯੂਨੀਵਰਸਿਟੀ। ਠੀਕ। ਇਹਦੇ ਉੱਤੇ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੀ ਮਿੰਟ ਬੁੱਕ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ ਪਿਆ। ਠੀਕ। ਕਿ ਵੀ ਰਿਕਮੈਂਡ ਐਂਡ ਗਿਵ ਆਲ ਦ ਐਸੈਟਸ ਆਫ ਖਾਲਸਾ ਕਾਲਜ ਟੂ ਕਨਵਰਟ ਖਾਲਸਾ ਕਾਲਜ ਇਨਟੂ ਸਿੱਖ ਯੂਨੀਵਰਸਿਟੀ। ਉਹ ਮੰਨ ਗਿਆ ਸੀ। ਠੀਕ। ਇਹਨਾਂ ਦਾ ਐਡੀ ਮੱਤ ਮਾਰੀ ਗਈ ਕਿ 3 ਅਕਾਲੀ ਲੀਡਰ ਮਾਸਟਰ ਤਾਰਾ ਸਿੰਘ, ਠੀਕ, ਮੈਂਗਲ ਸਿੰਘ ਗਿੱਲ, ਇੱਕ ਕਰਤਾਰ ਸਿੰਘ ਸ਼ਾਸ਼ੀ, ਬਾਅਦ 'ਚ ਹਾਈ ਕੋਰਟ ਦਾ ਐਡਵੋਕੇਟ ਵੀ ਰਿਹਾ, ਇਹਨਾਂ ਨੇ ਉੱਥੇ ਐਜੀਟੇਟ ਹਮ ਨਹੀਂ ਆਣੇ ਦੇਂਗੇ, ਹਮ ਨਹੀਂ ਆਣੇ ਦੇਂਗੇ ਗਾਂਧੀ ਦੇ ਪਿੱਛੇ ਲੱਗ ਕੇ ਉਹਦੀ ਵਿਜ਼ਿਟ ਕੈਂਸਲ ਹੋ ਗਈ। ਹੱਥ ਆਈ ਵੀ ਸਿੱਖ ਯੂਨੀਵਰਸਿਟੀ ਗਵਾ ਬੈਠੇ। ਇਹਦੇ 'ਚ ਸਰਦਾਰ ਕਪੂਰ ਸਿੰਘ ਦੀ ਕਿਤਾਬ ਹੈਗੀ ਆ ਸੱਚੀ ਸਾਖੀ, ਉਹਦੇ ਵਿੱਚ ਮਿਲ ਜਾਂਦਾ ਰੈਫਰੈਂਸ ਤੁਹਾਨੂੰ। ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੀ ਮਿੰਟ ਬੁੱਕ ਲੱਭ ਲਓ ਤੁਸੀਂ 1920 ਦੀ, ਉਹਦੇ 'ਚ ਮਿਲ ਜਾਏਗਾ ਰੈਜ਼ੋਲੂਸ਼ਨ ਤੁਹਾਨੂੰ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਹੱਥ ਆਈ ਵੀ ਸਿੱਖ ਯੂਨੀਵਰਸਿਟੀ ਗਵਾ ਬੈਠੇ। ਬਾਕੀ ਉਹ ਤਾਂ ਤੁਹਾਨੂੰ ਵੀ ਦੱਸਿਆ ਵੀ 600 ਸਿੱਖ ਜਿਹੜੇ ਸ਼ਹੀਦ ਹੋਏ ਉਹ ਅਵਾਇਡੇਬਲ ਸੀਗੇ। ਠੀਕ। ਉਹ ਇਹਨਾਂ ਦੀ ਆਪਣੀ ਕਿਤਾਬ ਕਹਿੰਦੀ ਆ। ਠੀਕ। ਅਕਾਲੀ ਮੋਰਚੇ ਦੇ ਝੱਬਰ ਬਾਈ ਗਿਆਨੀ ਨਰੈਣ ਸਿੰਘ ਜੀ ਉਹਨੇ ਲਿਖਿਆ। ਠੀਕ। ਠੀਕ ਹੈ। ਫਿਰ 1927 ਚ ਬਾਬਾ ਅੰਬੇਦਕਰ 7 ਕਰੋੜ ਦਲਿਤ ਲੈ ਕੇ ਸਿੱਖ ਬਣਨ ਨੂੰ ਤਿਆਰ ਸੀ। ਬਿਲਕੁਲ ਸਹੀ। ਮਾਸਟਰ ਤਾਰਾ ਸਿੰਘ ਵੀ ਮੰਨ ਗਏ ਸੀ। ਉਹਨੇ ਖਾਲਸਾ ਕਾਲਜ ਬੰਬੇ 1927 ਚ ਸ਼ੁਰੂ ਕਰਾਇਆ। ਠੀਕ। ਇਹ 3 ਜੱਟ ਸੀਗੇ, ਈਸਰ ਸਿੰਘ ਮਜੈਲ, ਉਦਮ ਸਿੰਘ ਨਾਗੋਕੇ, ਅਮਰ ਸਿੰਘ ਦੋਸਾਂਝ। ਇਹਨਾਂ ਨੇ ਰੌਲਾ ਪਾਇਆ ਕਿ ਅਸੀਂ ਦਰਬਾਰ ਸਾਹਿਬ ਦੀਆਂ ਚਾਬੀਆਂ ਚੂੜੇ ਦੇ ਹੱਥ ਦੇਣੀਆਂ ਨੇ। ਉਹ ਹੱਥ 7 ਕਰੋੜ ਤੁਹਾਡੇ ਕੋਲ ਆਉਂਦਾ, ਇੱਕ ਤਾਂ ਜੀਨੀਅਸ ਮਿਲ ਜਾਣਾ ਸੀ, ਅਕਲ ਵਾਲਾ ਆਦਮੀ, ਤੇ ਦੂਜਾ 7 ਕਰੋੜ ਤੁਹਾਡੇ 50-60 MP ਹੋਣੇ। ਜਦੋਂ ਗੁਰੂ ਸਾਹਿਬ ਨੇ ਇਹ ਭੇਦਭਾਵ ਤੇ ਖਤਮ ਕੀਤਾ ਸੀਗਾ, ਇਟ ਇਜ਼ ਔਨ ਰਿਕਾਰਡ। ਇਹ ਉਹਦੇ ਦੀ ਫਿਰ 1942 ਚ ਜੀ ਜਦੋਂ ਮੁਸਲਮਾਨਾਂ ਨੇ ਹਿੰਦੂਆਂ ਨੂੰ ਬਹੁਤਾ ਟਾਰਚਰ ਕਰਨਾ ਸ਼ੁਰੂ ਕਰਤਾ, ਬਹੁ ਬੇਟੀਆਂ ਦੀ ਇੱਜ਼ਤ, ਉਹਨਾਂ ਨੇ 3 ਹਿੰਦੂ ਰਾਜਾ ਨੇ ਆਪਦੇ ਵਜ਼ੀਰ ਭੇਜੇ ਅੰਮ੍ਰਿਤਸਰ ਜੀ। ਸ਼੍ਰੋਮਣੀ ਨੂੰ ਕਿਹਾ ਵੀ ਤੁਸੀਂ ਸਾਡੇ ਆਪਣੇ ਪ੍ਰਚਾਰਕ ਭੇਜੋ, ਸਾਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਓ, ਠੀਕ, ਗੱਤਕਾ ਸਿਖਾਓ ਅਸੀਂ ਆਪਣੇ। ਤੇ ਉਹ ਉਹਨਾਂ ਨੇ ਕੋਈ ਨਹੀਂ ਭੇਜਿਆ। ਠੀਕ। ਠੀਕ। ਫਿਰ ਗੁਰੂ ਰਵਿੰਦਰਨਾਥ ਨੇ ਆਪਣਾ ਭਾਈ ਭੇਜਿਆ ਇੱਥੇ। ਠੀਕ। ਉਹ 15 ਦਿਨ ਰਿਹਾ, 7 ਦਿਨ ਅੰਮ੍ਰਿਤਸਰ ਸਾਹਿਬ, 7 ਦਿਨ ਉਹ ਬੰਦਾ ਬਹਾਦਰ ਤੇ ਲਿਟਰੇਚਰ ਇਕੱਠਾ ਕਰਕੇ ਲੈ ਗਿਆ। ਠੀਕ। ਉਹਨੇ ਪੋਇਮ ਲਿਖੀ ਆ ਬੰਗਾਲੀ 'ਚ, ਬੰਦੀ ਵੀਰ। ਠੀਕ। 7 ਪੇਜ ਦੀ ਹੈਗੀ ਹੈ। ਇਹ 1972 ਤੱਕ ਸਰਕਾਰੀ ਸਕੂਲਾਂ 'ਚ ਇਹ ਸਿਲੇਬਸ 'ਚ ਪੜ੍ਹਾਉਂਦੇ ਸੀਗੇ ਬੰਦੀ ਵੀਰ। ਤੇ ਉਹ ਜੇ ਚਲੇ ਜਾਂਦੇ, ਉਹ 30 ਲੱਖ ਤਾਂ ਉਹ ਬਣ ਜਾਣੇ। ਹੋ ਸਕਦਾ ਗੁਰੂ ਰਵਿੰਦਰਨਾਥ ਵੀ ਸਿੱਖ ਬਣ ਜਾਂਦਾ। ਠੀਕ। ਉਹਦੇ ਨਾਲ ਕਰੋੜਾਂ ਸਾਨੂੰ ਬੰਗਾਲੀ ਸਿੱਖ ਮਿਲ ਜਾਣੇ ਸੀ। ਠੀਕ। ਅਸੀਂ 25-30 ਕਰੋੜ ਹੋ ਜਾਣਾ ਸੀ, ਸਾਡੀ ਬੁੱਕਤ ਹੋਣੀ ਸੀ। ਕਿਉਂਕਿ ਗੁਰੂ ਰਵਿੰਦਰਨਾਥ ਇੰਟੈਲੈਕਚੁਅਲ ਸੀ, ਜੀਨੀਅਸ ਸੀਗਾ, ਅਕਲ ਦੀ ਗੱਲ ਦੱਸਦਾ। ਉਧਰ ਬਾਬਾ ਅੰਬੇਦਕਰ ਹੁੰਦਾ ਤੇ ਸਾਡੀ ਸਿਚੁਏਸ਼ਨ ਹੋਰ ਹੋ ਜਾਣੀ ਸੀ। ਨਹੀਂ, ਉਹ ਇਹਨਾਂ ਨੂੰ ਤਕਲੀਫ ਹੋਈ ਨਾ ਵੀ ਹੁਣ ਦਲਿਤ ਭਾਈਚਾਰੇ ਦੇ ਲੋਕਾਂ ਦੇ ਕੋਲ ਦਰਬਾਰ ਸਾਹਿਬ ਦਾ ਪ੍ਰਬੰਧ ਹੋਇਆ ਤੇ ਹੁਣ ਕਿੱਡੇ ਕੁ ਲਾਇਕ ਬੰਦੇ ਕੋਲ ਆ। ਹੁਣ ਸੁਣੋ ਜਦੋਂ ਸਿੱਖ ਜੰਗਲਾਂ 'ਚ ਭੱਜੇ ਹੋਏ ਸੀਗੇ ਜੀ, ਤੁਹਾਡੇ ਪਿੱਛੇ ਮੁੱਲ ਪੈਂਦਾ ਸੀਗਾ, ਔਰੰਗਜ਼ੇਬ ਪਿੱਛੇ ਪੈਂਦਾ ਸੀ ਜੀ, ਤੁਹਾਨੂੰ ਜਿਉਂਦਾ ਕੀ ਨੇ ਰੱਖਿਆ? ਠੀਕ। ਇਹਨਾਂ ਸਹਿਤਾਰੀਆਂ ਨੇ, ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। ਅੱਜ ਤੁਸੀਂ ਕਹਿੰਦੇ ਹੋ ਸਿੱਖ ਨਹੀਂ ਹੈਗੇ, ਤੁਸੀਂ ਉਹ ਕੱਢਤੇ। ਠੀਕ। ਠੀਕ ਹੈ। ਉਹ ਪਾਕਿਸਤਾਨ ਦੇ ਮੁੱਲਿਆਂ ਨੇ, ਜਿਨ੍ਹਾਂ ਨੇ ਅਹਿਮਦੀਆਂ ਨੇ ਅਕਲ ਦੀ ਗੱਲ ਦੱਸੀ, ਜਿਹੜਾ ਪਾਕਿਸਤਾਨ 'ਚ ਇੱਕ ਨੋਬਲ ਪ੍ਰਾਈਜ਼ ਮਿਲਿਆ, ਉਹ ਇੱਕ ਅਹਿਮਦੀਆ ਮੁਸਲਮਾਨ, ਉਹ ਕਹਿੰਦੇ ਜੀ ਮੁਸਲਮਾਨ ਨਹੀਂ ਹੈਗੇ। ਤੁਸੀਂ ਕਹਿੰਦੇ ਹੋ ਵੀ ਇਹ ਜਿਹਨਾਂ ਤੁਹਾਨੂੰ ਜਿਉਂਦੇ ਰੱਖਿਆ ਸਹਿਤਾਰੀ, ਉਹ ਸਿੱਖ ਨਹੀਂ ਹੈਗੇ। ਇਦੋਂ ਵੱਡੀ ਜੁਰਮ ਕੀ ਹੋ ਸਕਦਾ ਹੈਗਾ? ਤੁਹਾਡਾ ਸਿੱਖ ਧਰਮ ਦੇ ਵਿੱਚ ਦੁਬਾਰਾ ਰਿਫਾਰਮ ਕਰਨ ਦੀ ਲੋੜ ਹੈਗੀ ਆ। ਵਧੀਆ ਸਿੱਖ ਬਣਾਓ, ਵਧੀਆ ਪੜ੍ਹਾਈ ਕਰਾਓ। ਤੁਹਾਡੇ 4-5 ਬਾਬੇ ਚੰਗੇ ਹੈਗੇ ਆ, ਜਿਵੇਂ ਬੜੂ ਸਾਹਿਬ ਹੈਗੇ, ਬਾਬਾ ਇਕਬਾਲ ਸਿੰਘ, ਉਹ 1946 ਚ MSc ਕੀਤੀ ਆ ਉਹਨਾਂ ਨੇ ਗੌਰਮੈਂਟ ਐਗਰੀਕਲਚਰ ਲੈਲਪੁਰ ਤੋਂ ਜੀ। ਉਹ ਹਿਮਾਚਲ ਚੋਂ ਡਾਇਰੈਕਟਰ ਐਗਰੀਕਲਚਰ ਰਿਟਾਇਰ, ਸਾਰੀ ਉਮਰ ਉਹਨੇ ਉਹਦੇ 200 ਬੈੱਡ ਦਾ ਹਸਪਤਾਲ ਚਲਾਉਂਦੇ ਆ ਜੀ, ਤੇ 6 ਕਾਲਜ ਚਲਾਉਂਦੇ ਆ ਉੱਥੇ, ਇੱਕ ਯੂਨੀਵਰਸਿਟੀ ਚਲਾਉਂਦੇ ਆ, ਤੇ ਆਲ ਓਵਰ ਨਾਰਥ ਇੰਡੀਆ, ਹਿਮਾਚਲ, ਪੰਜਾਬ, ਹਰਿਆਣਾ, ਯੂਪੀ, ਬਿਹਾਰ 132 ਸੀਨੀਅਰ ਸੈਕੰਡਰੀ ਸਕੂਲ ਚਲਾ ਰਿਹਾ। ਇਸੇ ਤਰ੍ਹਾਂ ਇੱਕ ਬਾਬਾ ਗੁਰਮੀਤ ਸਿੰਘ ਚੀਮਾ ਹੈਗਾ, ਉਹ ਵੀ 15-20 ਸਕੂਲ ਚਲਾ ਰਿਹਾ। ਚੀਮਾ ਸਾਹਿਬ ਹੈਗਾ ਇੱਥੇ ਸੰਗਰੂਰ ਦੇ ਵਿੱਚ ਜੀ, ਸੰਗਰੂਰ ਸੁਨਾਮ ਰੋਡ 'ਤੇ, ਸੁਨਾਮ ਮਾਨਸਾ ਰੋਡ 'ਤੇ ਹੈਗਾ, ਉੱਥੇ ਉਹਦੇ। ਫਿਰ ਇੱਕ ਬਾਬਾ
ਬਲਵੀਰ ਸਿੰਘ ਸੱਚੀਵਾਲ ਹੈ ਜਿਹਨੇ ਉਹ ਬਈ ਸਾਫ਼ ਹਾਂਜੀ। ਕੀਤੀ, ਜੀ, ਜੀ। ਉਹ ਵੀ 15-20 ਸਕੂਲ ਚਲਾ ਰਿਹਾ। ਠੀਕ ਇਸੇ ਤਰ੍ਹਾਂ ਉਹ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ। ਕਈ ਕਾਲਜ ਸਕੂਲ ਚਲਾ ਰਿਹਾ। ਇਸੇ ਕਰਕੇ ਤੁਹਾਨੂੰ ਚਾਹੀਦਾ ਤੁਹਾਡੀ ਐਜੂਕੇਸ਼ਨ ਨੂੰ ਵੋਕੇਸ਼ਨਲ ਐਜੂਕੇਸ਼ਨ ਦਿਓ, ਠੀਕ ਇੰਗਲਿਸ਼ ਮੀਡੀਅਮ ਦਿਓ। ਉਹਦੇ ਜਿਹੜੇ ਪੰਜਾਬੀ ਦੇ ਠੇਕੇਦਾਰ ਨੇ ਜੀ। ਇਹਨਾਂ ਦੇ ਸਾਰਿਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ ਅਕਾਲੀਆਂ ਜੀ ਦੇ। ਜੀ ਕਿਸੇ ਨੇ ਪੰਜਾਬੀ ਸਕੂਲ ਅੱਗੇ ਪ੍ਰਤਾਪ ਸਿੰਘ ਕੈਰੋਂ ਵੇਲੇ ਸਾਰਾ ਹਰਿਆਣਾ ਸਾਰਾ ਪੰਜਾਬ 2/3 ਹਿਮਾਚਲ ਪੰਜਾਬੀ ਪੜ੍ਹਦਾ ਸੀ। ਜੀ ਤਿੱਬਤ ਦੇ ਬਾਰਡਰ ਤੱਕ ਉਹ ਰਾਜਸਥਾਨ ਦੇ ਬਾਰਡਰ ਤੱਕ ਪੜ੍ਹਦੇ ਸੀ। ਜੀ ਹੁਣ ਇੱਥੇ ਅਸੀਂ ਰਾਜਪੁਰ ਜਾ ਕੇ ਪੰਜਾਬੀ ਖਤਮ ਕਰ ਲਈ। ਹਾਂਜੀ ਹਾਂਜੀ ਤੋ ਇਸ ਕਰਕੇ ਲੋੜ ਹੈ ਅੱਜ ਕੱਲ੍ਹ ਆਪਣਾ ਵਿੱਦਿਆ ਨੂੰ ਠੀਕ ਕਰਨਾ। ਠੀਕ ਇਹਨਾਂ ਨੂੰ ਪੜ੍ਹਾਓ, ਨਾਲ ਦੀ ਨਾਲ ਉਹਨਾਂ ਨੂੰ ਵੋਕੇਸ਼ਨਲ ਐਜੂਕੇਸ਼ਨ ਦਿਓ। ਪਲੰਬਰ ਦਾ ਕੋਰਸ ਕਰਾ ਦਿਓ ਸਕੂਲ ਦੇ ਵਿੱਚ ਹੀ, ਠੀਕ ਹੈ। ਠੀਕ ਹੈ ਉਹਦੇ ਨਾਲ ਬਿਲਡਰ, ਕਿਉਂਕਿ ਲੱਕੜੀ ਤਾਂ ਹੁਣ ਮਿਲਣੀ ਨਹੀਂ ਫਿਊਚਰ 'ਚ, ਠੀਕ ਲੋਹੇ ਦਾ ਹੀ ਕੰਮ ਚੱਲਣਾ, ਬਿਲਡਰ ਦਾ ਕੋਰਸ ਕਰਾ ਦਿਓ। ਠੀਕ ਉਸ ਤੋਂ ਬਾਅਦ ਵਾਈਟ ਗੁੱਡਸ ਦੀ ਮੇਨਟੇਨੈਂਸ, ਜਿਵੇਂ ਫ੍ਰਿਜ ਮਕੈਨਿਕ, ਟੀਵੀ ਮਕੈਨਿਕ, ਜੀ ਜੀ ਵਾਸ਼ਿੰਗ ਮਸ਼ੀਨ, ਉਹ ਟ੍ਰੇਨਿੰਗ ਦੇ ਕੇ ਸਾਲ 2 ਸਾਲ ਦੀ ਮੇਕ ਦੈਮ ਏ ਟ੍ਰੇਨਡ ਟੈਕਨੀਸ਼ੀਅਨਸ। ਜੀ ਜੀ ਦਵਾਈ ਸਾਰੇ ਭੇਜੋ ਉਹਨਾਂ ਨੂੰ ਤਾਂ ਜੋ ਆਪਣਾ ਕਰਨ। ਨਾਲੇ ਤੁਸੀਂ ਆਪਣਾ ਪ੍ਰਚਾਰ ਕਰੋ, ਨਾਲੇ ਵੋਕੇਸ਼ਨਲ ਐਜੂਕੇਸ਼ਨ। ਔਰ ਐਜੂਕੇਸ਼ਨ ਇੱਕ ਹੁਣ ਪੰਜਾਬ 'ਚ ਇੱਕ ਅਫਸਰ ਹੈ ਕ੍ਰਿਸ਼ਨ ਕੁਮਾਰ। ਠੀਕ ਪਹਿਲਾਂ ਇਹ ਡੀਸੀ ਨਵਾਂ ਸ਼ਹਿਰ ਸੀ, ਬਹੁਤ ਚੰਗਾ। ਹੁਣ ਇਹਨੇ ਪੰਜਾਬ ਦਾ ਐਜੂਕੇਸ਼ਨ ਦੇ ਵਿੱਚ ਇੰਡੀਆ 'ਚੋਂ ਪਹਿਲੇ ਨੰਬਰ ਤੇ ਹੈਗਾ, ਇਕੱਲੇ ਬੰਦੇ ਦਾ ਹੈਗਾ। ਹਾਂਜੀ ਉਹ ਬਿਲਕੁਲ ਕਿਸੇ ਦੀ ਸੁਣਦਾ ਨਹੀਂ ਹੈਗਾ। ਬਹੁਤ ਬਹੁਤ ਸਟ੍ਰਿਕਟ ਆਫੀਸਰ ਨੇ ਉਹ ਵੀ। ਸਾਰੇ ਐਮਐਲਏ ਉਹਦੇ ਨਾਲ ਨਾਰਾਜ਼ ਨੇ, ਕਿਸੇ ਦੀ ਸੁਣਦਾ ਨਹੀਂ, ਡਿਕਟੇਟਰ ਆ। ਉਹ ਕੰਮ ਠੀਕ ਕਰਦਾ। ਸਵੇਰੇ ਉਹ 9 ਵਜੇ ਆ ਜਾਂਦਾ, 6 ਵਜੇ ਤੱਕ ਰਹਿੰਦਾ। ਜੇ ਰਾਤ ਨੂੰ ਕੋਈ ਦਾ ਕੋਵਿਡ ਨਾਲ ਇੱਕ ਟੀਚਰ ਮਰ ਗਿਆ ਲੁਧਿਆਣੇ, ਉਹਦੇ ਰਾਤ ਨੂੰ 12 ਵਜੇ ਪਹੁੰਚਿਆ ਉੱਥੇ। ਵਾਹ ਐਡਾ ਕਮਿਟਡ ਆਦਮੀ ਆ। ਬਿਲਕੁਲ ਤਾਂ ਇਸ ਤਰ੍ਹਾਂ ਤੁਸੀਂ ਆਪਣੀ ਐਜੂਕੇਸ਼ਨ ਇੰਪਰੂਵ ਕਰੋ, ਵੋਕੇਸ਼ਨਲ ਐਜੂਕੇਸ਼ਨ ਇੰਪਰੂਵ ਕਰੋ। ਹੁਣ ਤੁਹਾਡੇ ਕੋਈ ਵੀ ਵਰਲਡ ਕਲਾਸ ਸਾਇੰਟਿਸਟ ਨਹੀਂ ਹੈਗਾ। ਅੱਜ ਜਿੰਨੀਆਂ ਹੈਗੀਆਂ DRDO ਜੀ ਜਾਂ ਇਹ ਇਸਰੋ ਹੈਗੀ ਆ, ਜੀ ਠੀਕ ਹੈ, ਜਾਂ ਤੁਹਾਡੇ ਆ ਗਿਆ ਨਿਊਕਲੀਅਰ એનર્ਜੀ, ਕੋਈ ਵੀ ਤੁਹਾਡਾ ਟੌਪ ਸਾਇੰਟਿਸਟ ਨਹੀਂ ਹੈਗਾ। ਅਸੀਂ ਥੱਲੇ ਨੂੰ ਜਾਈ ਜਾ ਰਹੇ ਹਾਂ। ਠੀਕ ਇਸ ਕਰਕੇ ਸਾਨੂੰ ਸਾਡੀ ਸਿੱਖਿਆ ਦਾ ਮਿਆਰ ਬਹੁਤ ਸਾਨੂੰ ਡਾਊਨ ਚਲਾ ਆਪਣਾ ਗਿਆ। ਘਰ ਨੂੰ ਸਾਫ਼ ਕਰਨ ਦੀ ਲੋੜ ਹੈਗੀ ਹੈ ਪਹਿਲਾਂ। ਇੰਪਰੂਵ ਯਰ ਓਨ ਟੈਕਨੀਕਲ ਸਕਿੱਲਸ ਸੋ ਦੈਟ ਯੂ ਕੰਪੀਟ ਇਨ ਦਾ ਵਰਲਡ ਵਿਦ ਦਾ ਯੂਥਿਸ। ਠੀਕ ਠੀਕ ਅੱਛਾ, ਇੱਕ ਮੈਂ ਤੁਹਾਨੂੰ ਹੋਰ ਸਵਾਲ ਕਰਨਾ ਚਾਹਾਂਗਾ DGP ਸਾਹਿਬ। ਇਹ ਸਵਾਲ ਮੇਰਾ ਇੱਕ IPS ਆਫੀਸਰ ਨੂੰ ਨਹੀਂ, ਇੱਕ ਸਿੱਖ ਨੂੰ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਅੰਗਰੇਜ਼ਾਂ ਨੇ ਖੋਹ ਲਿਆ, ਉਸ ਤੋਂ ਬਾਅਦ ਉਹਨਾਂ ਕਈ ਸਾਲ ਰਾਜ ਕੀਤਾ ਤੇ 1947 ਨੂੰ ਜਦੋਂ ਉਹ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਤੇ ਉਹ ਕਹਿ ਰਹੇ ਨੇ ਸਿੱਖ ਲੀਡਰਸ ਨੂੰ ਕਿ ਅਸੀਂ ਤੁਹਾਡਾ ਖਾਲਸਾ ਰਾਜ ਖੋਇਆ ਸੀ, ਤੁਹਾਡਾ ਹੱਕ ਬਣਦਾ, ਤੁਸੀਂ ਉਹ ਵਾਪਸ ਲੈਣਾ ਚਾਹੁੰਦੇ ਹੋ। ਤੇ ਸਾਡੇ ਲੀਡਰਸ ਨੇ ਉਦੋਂ ਗਲਤੀ ਕੀਤੀ। ਉਹ ਕਿਤੇ ਨਾ ਕਿਤੇ ਉਹ ਚਿਣਗ ਅੱਜ ਵੀ ਆ ਕਿ ਅਸੀਂ ਇੱਕ ਖਾਲਸਾ ਰਾਜ ਹੰਢਾਇਆ ਵਾ, ਅਸੀਂ ਬੜਾ ਸੈਕੂਲਰ ਵਰਲਡ ਦੇ ਵਿੱਚ ਨੰਬਰ 1 ਰੂਲਰ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜੀ, ਵੀ ਜਿਹਦੇ ਵਿੱਚ 65% ਮੁਸਲਿਮ ਸੀਗੇ, 29% ਹਿੰਦੂ ਔਰ 6% ਸਿੱਖ, 11% ਸਿੱਖ ਸੀ। ਹਾਂ 11%। ਤੇ ਔਰ ਫਿਰ ਵੀ ਵੇਖੋ ਕਿੰਨਾ ਸੈਕੂਲਰ ਰਾਜ ਸੀਗਾ, ਕਿਤੇ ਦੰਗਾ ਨਹੀਂ ਹੋਇਆ, ਕਿਸੇ ਨੂੰ ਫਾਂਸੀ ਨਹੀਂ ਦਿੱਤੀ, ਕਿਸੇ ਨੂੰ ਕੋਈ। ਉਹ ਮੈਂ ਤੁਹਾਨੂੰ ਦੱਸਦਾ ਜੀ ਜਿਵੇਂ ਉਹ ਸਾਡਾ ਨੁਕਸਾਨ ਸੀ ਖੁਦ ਕੀਤਾ ਜੀ ਕਿ 2 ਦਸੰਬਰ 1946 ਨੂੰ ਇੱਕ ਲਾਰਡ ਬੇਵਲ ਹੋਇਆ, ਗਵਰਨਰ ਜਨਰਲ ਆਫ ਇੰਡੀਆ ਜੀ। ਉਹ 4 ਪੋਲੀਟੀਕਲ ਲੀਡਰ ਲੈ ਕੇ ਆਪਦੇ ਜਹਾਜ਼ 'ਚ ਜੀ ਇੰਗਲੈਂਡ ਗਿਆ ਜਦੋਂ ਟ੍ਰਾਂਸਫਰ ਆਫ ਪਾਵਰ ਚੱਲ ਰਹੀ ਸੀ ਗੱਲ। ਜੀ ਉਹਦੇ 'ਚ ਹੀ ਪੰਡਿਤ ਜਵਾਹਰ ਲਾਲ ਨਹਿਰੂ ਹਿੰਦੂ ਲੀਡਰ, ਠੀਕ ਲਿਆਕਤ ਅਲੀ ਖਾਨ ਤੇ ਮੁਹੰਮਦ ਅਲੀ ਜਿਨਾਹ ਮੁਸਲਿਮ ਲੀਡਰ ਜੀ ਤੇ ਸਰਦਾਰ ਬਲਦੇਵ ਸਿੰਘ ਸਿੱਖ ਲੀਡਰ, ਜੀ ਠੀਕ ਹੈ। ਉੱਥੇ ਜਿੰਨੇ ਵੀ ਪੰਜਾਬ 'ਚ ਅੰਗਰੇਜ਼ ਜੀ ਅਫਸਰ ਜੀ ਮਿਲਟਰੀ ਦੇ ਸਿਵਲ ਦੇ ਉਹਨੂੰ ਬਲਦੇਵ ਸਿੰਘ ਨੂੰ ਕਹਿੰਦੇ ਸੀ ਕਿ ਸਰਦਾਰ ਸਾਹਿਬ ਤੁਹਾਨੂੰ ਇੱਥੇ ਕੋਈ ਨਹੀਂ ਜਾਣਦਾ, ਸਾਨੂੰ ਪਤਾ ਕਿ ਤੁਸੀਂ ਕਿੰਨੇ ਬਹਾਦਰ ਹੋ, ਠੀਕ ਠੀਕ ਹੈ, ਤੁਸੀਂ ਇੱਥੇ ਠਹਿਰ ਜਾਓ, ਅਸੀਂ ਤੁਹਾਡਾ 25 30 MP ਬੁਲਾਓ, ਚਾਹ ਪਾਣੀ ਪਿਲਾਓ, ਬਾਕੀ ਅਸੀਂ ਪਿੱਛਾ ਕਰਾਂਗੇ, ਤੁਹਾਨੂੰ ਕੁਛ ਨਾ ਕੁਛ ਲੈ ਦਿਆਂਗੇ। ਠੀਕ ਤੇ ਬਲਦੇਵ ਸਿੰਘ ਐਡਾ ਗਦਾਰ, ਇਹਨੇ ਉਹੀ ਗੱਲ ਉਹਨੂੰ ਪੰਡਿਤ ਨਹਿਰੂ ਨੂੰ ਦੱਸੀ। ਪੰਡਿਤ ਨਹਿਰੂ ਨੇ ਸਟੇਟਮੈਂਟ ਟਾਈਪ ਕਰਾ ਕੇ ਦਸਤਖਤ ਕਰਕੇ ਸਟੇਟਮੈਂਟ ਦੇ ਕੇ ਜੇ ਉਹ ਰਹਿ ਜਾਂਦਾ ਉੱਥੇ, ਜੀ ਚਰਚਿਲ ਨੇ ਚਿੱਠੀ ਵੀ ਲਿਖੀ ਸੀ ਉਹਨੂੰ, ਚਰਚਿਲ ਵਾਲਾ ਲੀਡਰ ਆਪੋਜੀਸ਼ਨ ਹੈ ਜੀ ਜੀ ਕਲੇਮੈਂਟ ਐਂਟਲੀ ਵਾਜ ਦਾ ਪ੍ਰਾਈਮ ਮਿਨਿਸਟਰ, ਕਿ ਤੂੰ ਠਹਿਰ ਜਾ। ਮੈਂ ਤੇ ਉਹਦੇ 'ਚ ਹੋਰ ਕੁਝ ਨਹੀਂ ਮਿਲਦਾ ਤਾਂ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਜ਼ਰੂਰ ਮਿਲ ਜਾਂਦਾ। ਯੂ ਨੋ ਵਾਟ ਇਜ਼ ਵੈਟੀਕਨ? ਯੈਸ, ਬੈਟਰ ਅੰਡਰਸਟੈਂਡ। ਵੈਟੀਕਨ ਸਿਟੀ ਜਿਸ ਤਰ੍ਹਾਂ ਜਿਵੇਂ ਹੈਗਾ ਕ੍ਰਿਸਚੀਅਨਸ ਦਾ, ਜਿਵੇਂ ਪੋਪ ਆਫ ਰੋਮ ਹੈ। ਹਾਂਜੀ
ਰੋਮ ਦੇ ਨਾਲ 15 ਕਿਲੋਮੀਟਰ ਤੇ 5-6 ਸਕੁਅਰ ਕਿਲੋਮੀਟਰ ਏਰੀਆ ਵੈਟੀਕਨ ਹੈਗਾ, ਉਹਦਾ ਹੈੱਡਕੁਆਟਰ ਹੈ। ਹਾਂਜੀ, ਉੱਥੇ ਉਹਦਾ ਹੀ ਰਾਜ ਹੈ, ਸਭ ਕੁਝ ਉਹਦਾ ਹੈਗਾ। ਬਿਲਕੁਲ ਠੀਕ ਹੈ। ਉਹ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਹਾਂਜੀ, ਜ਼ਰੂਰ ਮਿਲ ਜਾਣਾ ਸੀ, ਉਹ ਮਿਲ ਜਾਂਦਾ। ਬਹੁਤ ਇਹ ਵੀ ਵੱਡਾ ਆਨਰ ਹੁੰਦਾ। ਜਿਹੜਾ ਹੁੰਦੇ ਕਹਿੰਦੇ ਜਿਹਨਾਂ ਸਿੰਘਾਂ ਨੇ ਗੁਰਦੁਆਰੇ ਤੋਂ ਵਿਛੋੜਿਆ ਗਿਆ, ਉਹਨਾਂ ਦੇ ਉਹ ਖੁੱਲੇ ਦਿਦਾਰ ਤਾਂ ਤੁਹਾਨੂੰ ਉਹ ਗਦਾਰ ਉੱਥੋਂ ਚੁੱਪ ਕਰਕੇ ਆ ਗਿਆ। ਬਾਅਦ 'ਚ ਉਹ ਪਛਤਾਉਂਦਾ ਸੀ, ਮਨ ਲੱਗਿਆ ਰੋਂਦਾ ਸੀ ਕਿ ਮੈਂ ਸਿੱਖਾਂ ਨਾਲ ਗਦਾਰੀ ਕੀਤੀ ਬਲਦੇਵ ਸਿੰਘ, ਤੋਂ ਗਦਾਰੀ ਦਾ ਮਾਰਾ ਤੁਸੀਂ ਕੀਤੀ ਹੈ। ਅੱਜ ਦੀ ਉਸ ਤੋਂ ਬਾਅਦ 1948 'ਚ ਜਦੋਂ ਇਹ ਇੱਕ ਰੈਜ਼ੋਲੂਸ਼ਨ 1932 'ਚ ਇੱਕ ਕਮਿਊਨਲ ਰਿਜ਼ਰਵੇਸ਼ਨ ਮਿਲੀ ਸੀ ਪੰਜਾਬ 'ਚ। ਜੀ ਜੀ, ਉਹਨੂੰ ਕਹਿੰਦੇ ਆ ਮੈਕਸ ਰਾਮ ਡੋਨਲਡ ਅਵਾਰਡ ਜੀ। ਉਹਦੇ ਸਿੱਖਾਂ ਦੀ 11% ਆਬਾਦੀ ਸੀ, 13% ਸੀਟਾਂ ਸੀਗੀਆਂ। ਠੀਕ। 1948 'ਚ ਇਹ ਉਹ ਸਰਦਾਰ ਕਪੂਰ ਸਿੰਘ ਦੀ ਜਿਹੜੀ ਨਈ ਐਡੀਸ਼ਨ ਆਈ ਹੈ ਨਾ, ਜੀ, ਦਾ ਟਰੂ ਸਟੋਰੀ ਇਨ ਇੰਗਲਿਸ਼, ਸਿੰਘ ਬਦਰ ਨੇ ਛਾਪੀ, ਉਹਦੇ 'ਚ ਲਿਖਿਆ ਹੋਇਆ, ਉਹਦੇ 'ਚ ਕਿ ਇੰਟਰੋਡਿਊਸ ਹੋਇਆ ਸੀ ਟੂ ਗਿਵ ਦਾ ਰਿਜ਼ਰਵੇਸ਼ਨ ਟੂ ਦਾ ਮੁਸਲਿਮਸ ਐਂਡ ਸਿੱਖਸ। ਠੀਕ। ਸਿੱਖ ਕਹਿੰਦੇ ਜੀ ਹमें नहीं रिजर्वेशन चाहिए, ਤੇ ਉਹ ਦੋਨਾਂ ਦੀ ਕੈਂਸਲ ਹੋ ਗਈ। ਉਹ ਪੰਡਤਾਂ ਆਪ ਦਾ ਡੁੱਬੇ, ਨਾਲ ਜਸਮਾਨ ਵੀ ਡੁੱਬੇ। ਇਹ ਸਰਦਾਰ ਕਪੂਰ ਸਿੰਘ ਦੀ ਜਿਹੜੀ ਨਈ ਕਿਤਾਬ ਆ ਨਾ, ਨਿਊ ਐਡੀਸ਼ਨ ਇੰਗਲਿਸ਼, ਉਹਦੇ 'ਚ ਮਿਲ ਜਾਏਗਾ ਤੁਹਾਨੂੰ। ਉਸ ਤੋਂ ਬਾਅਦ ਜਿਹੜਾ ਵੀ ਰੈਜ਼ੋਲੂਸ਼ਨ ਠੀਕ ਇੰਟਰੋਡਿਊਸ ਹੁੰਦਾ ਸੀ ਇਹਦੇ 'ਚ ਕਲਾਜ਼ ਕਨਸਟੀਟਿਊਸ਼ਨ 'ਚ, ਉਹਦੇ 'ਚ ਜਿੰਨੇ ਮੈਂਬਰ ਪ੍ਰੈਜ਼ੈਂਟ ਹੈ 2/3 ਸ਼ੁੱਡ ਸਪੋਰਟ ਇਟ। ਠੀਕ। ਪਹਿਲੀ ਵਾਰੀ ਹਿੰਦੀ ਐਜ਼ ਰਾਸ਼ਟਰ ਭਾਸ਼ਾ ਰੈਜ਼ੋਲੂਸ਼ਨ ਆਇਆ ਜੀ, ਤੇ ਬੰਗਾਲੀ, ਮਰਾਸੀ, ਉੜੀਆ, ਸਾਮੀ, ਕੇਰਲ ਸਾਰੇ ਉਹਨਾਂ ਨੇ ਸਾਰਿਆਂ ਦੇ ਅਪੋਜ਼ਡ ਇਟ ਵਾਸ ਰਿਜੈਕਟਡ ਫਾਰ ਵਾਂਟ ਆਫ 2/3 ਮੈਜੋਰਿਟੀ। ਜੀ। 7 ਦਿਨਾਂ ਬਾਅਦ ਫੇਰ ਆਇਆ। ਠੀਕ। ਉਹਦੇ 'ਚ ਫਿਰ ਉਹ ਸਿੱਖਾਂ ਨੂੰ ਕਹਿੰਦੇ ਸਿੱਖੋ ਮਾਰੇ ਜਾਓਗੇ। ਸਿੱਖਾਂ ਦੀ ਇੱਕ ਵੋਟ ਨਾਲ, ਯਾਨੀ ਗੁਰਮੁਖ ਸਿੰਘ ਮੁਸਾਫਰ ਅਕਾਲੀ ਸੀ ਉਸ ਵੇਲੇ, ਇੱਕ ਵੋਟ ਨਾਲ ਇਹ ਹਿੰਦੀ ਰਾਸ਼ਟਰ ਭਾਸ਼ਾ ਬਣੀ। ਇਟ ਇਜ਼ ਔਨ ਰਿਕਾਰਡ। ਇਹ ਸਿੱਖਾਂ ਦੀ ਵੋਟ ਨਾਲ ਹਿੰਦੀ ਠੋਕੀ ਗਈ। ਜੇ ਹਿੰਦੀ ਨਾ ਹੁੰਦੀ, ਹਿੰਦੁਸਤਾਨੀ ਇਨ ਰੋਮਨ ਸਕ੍ਰਿਪਟ ਨੈਸ਼ਨਲ ਲੈਂਗੁਏਜ ਹੋਣੀ ਸੀ, ਤਾਂ ਸਾਰੇ ਪੜ੍ਹਦੇ ਸੁਣਦੇ ਅੰਗਰੇਜ਼ੀ ਹਿੰਦੀ ਜਾਂ ਫੌਜੀ ਹਿੰਦੀ, ਤੇ ਨਾ ਤੁਹਾਡਾ ਪੰਜਾਬ ਡਿਵਾਈਡ ਹੁੰਦਾ ਤੇ ਨਾ ਤੁਹਾਨੂੰ ਇਹਦੇ 'ਚ ਕੋਈ ਰੌਲਾ ਪੈਣਾ ਸੀ। ਇਹ ਮਾਰਾ ਖੁਆੜਾ ਤੁਸੀਂ ਆਪਦੇ ਆਪ ਮਾਰਿਆ। ਮਤਲਬ ਸਾਡੇ ਕੁਝ ਵੀਕ ਮਾਈਂਡਡ ਸਿੱਖ ਲੀਡਰਸ ਦਾ ਕਰਕੇ ਸਾਡੇ ਕੋਲੋਂ ਸਾਡਾ ਰਾਜ ਭਾਗ ਨਹੀਂ ਉਹ ਜਿਵੇਂ ਤੁਹਾਨੂੰ ਦੱਸਿਆ 1920 'ਚ ਮਾਸਟਰ ਤਾਰਾ ਸਿੰਘ ਜੀ, ਕਰਤਾਰ ਸਿੰਘ ਸਾਸੀ ਜੀ, ਮੰਗਲ ਸਿੰਘ ਗਿੱਲ, ਇਹਨਾਂ ਨੇ ਉਹ ਕਹਾ ਕੇ ਯੂਨੀਵਰਸਿਟੀ ਗਵਾ ਲਈ। ਇਟ ਇਜ਼ ਔਨ ਰਿਕਾਰਡ ਜੀ। ਤੋ ਇਸ ਕਰਕੇ ਜਿੰਨਾ ਨੁਕਸਾਨ ਇਹਨਾਂ ਨੇ ਕੀਤਾ ਤੇ ਉਹ ਸਾਰਾ ਕਰੀ ਜਾ ਰਿਹਾ। ਅੱਛਾ, ਮੈਂ ਪੰਜਾਬੀ ਸੂਬਾ ਲੈ ਕੇ ਤੁਸੀਂ ਕਿੱਥੇ ਕੀ ਪੰਜਾਬੀ ਦਾ ਵਿਕਾਸ ਕੀਤਾ? ਠੀਕ। ਸਾਰਾ ਹਰਿਆਣਾ 2/3 ਹਿਮਾਚਲ, ਉਹ ਤਿੱਬਤ ਤੱਕ ਪੰਜਾਬੀ ਪੜ੍ਹਦੇ ਸੀ। ਭਾਖੜਾ ਡੈਮ ਸਾਰੇ ਤੁਹਾਡੇ ਕੋਲ। ਇੱਕ ਚੀਫ ਮਿਨਿਸਟਰ ਕਹਿ ਰਿਹਾ ਸੀ ਕਿ ਜੇ ਨਾ ਵੰਡਿਆ ਜਾਂਦਾ ਮੈਂ ਸਾਰੇ ਪੰਜਾਬ ਨੂੰ ਮੁਫਤ ਬਿਜਲੀ ਦੇ ਦਿੰਦਾ, ਇੰਨੇ ਡੈਮ ਬਣਾ ਦੇਣੇ ਸੀ। ਕਿ ਅੱਜ ਵੀ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਜਿਨ੍ਹਾਂ ਦੇ ਖੂਨ ਦੇ ਵਿੱਚ ਇਹ ਗੱਲ ਆ, ਜਿਨ੍ਹਾਂ ਦੀ ਸੋਚ 'ਚ ਇਹ ਗੱਲ ਆ ਕਿ ਅਸੀਂ ਖਾਲਸਾ ਰਾਜ ਦੇ ਵਾਰਸ ਹਾਂ, ਸਾਨੂੰ ਆਪਣਾ ਇੱਕ ਇੰਡੀਪੈਂਡੈਂਟ ਰਾਜ ਚਾਹੀਦਾ, ਕੀ ਉਹ ਜਾਇਜ਼ ਹੈ ਉਹਨਾਂ ਦੀ ਮੰਗ? ਨਹੀਂ। ਹਾਂਜੀ ਦੇਖੋ ਜੀ, 1969 'ਚ ਹਾਂਜੀ ਇਕੱਲੇ ਅਕਾਲੀਆਂ ਦੀ ਮਿਨਿਸਟਰੀ ਆਈ। ਠੀਕ। ਤਰਲੋਚਨ ਸਿੰਘ ਰਿਆਸਤੀ 20 ਲੱਖ ਰੁਪਈਆ ਲੈ ਕੇ ਟੁੱਟ ਗਿਆ। ਉਹਨਾਂ ਦੀ 6 ਮਹੀਨੇ ਮਿਨਿਸਟਰੀ ਨਹੀਂ ਚੱਲੀ। ਠੀਕ। 1947 'ਚ ਜੇ ਸੈਂਸੇ ਲਵੋ, ਤੁਹਾਡੀ ਆਬਾਦੀ ਖਾਲਿਸਤਾਨ ਸਿਰਫ ਤਰਨ 'ਚ ਹੈਗੀ ਹੈ, ਕਿਤੇ ਸਿੱਖ ਮੈਜੋਰਿਟੀ 'ਚ ਨਹੀਂ ਸੀਗੇ। ਠੀਕ। ਤੁਸੀਂ 1969 'ਚ ਤਾਂ ਜੁੱਤੀਆਂ ਖਾ ਕੇ 6 ਮਹੀਨੇ ਮਿਨਿਸਟਰੀ ਨਹੀਂ ਚਲਾਈ, ਕੀ ਤੁਸੀਂ ਚਲਾ ਲਓਗੇ? ਸਾਨੂੰ ਦੇਖੋ, ਦਵਾਰਕਾ ਸਾਡੀ, ਠੀਕ, ਇੱਕ 5 ਪੈਰਾ ਉੱਥੇ ਦਾ ਸੀ। ਠੀਕ। ਇੱਕ ਬਿਦਰ ਦਾ ਸੀ। ਠੀਕ। ਇੱਕ ਜਗਨਨਾਥਪੁਰੀ ਦਾ ਸੀ। ਠੀਕ। ਨੰਦੇੜ ਸਾਹਿਬ ਸਾਡਾ। ਠੀਕ। ਪਰ ਸਾਡਾ ਸਾਰੇ ਦੇਸ਼ 'ਚ ਵਧਣ ਨੂੰ ਤਿਆਰ ਹੈ। ਇਹ ਹੈਗਾ ਕਿ ਹਿੰਦੁਸਤਾਨ ਸੈਂਟਰਲ ਇੰਡੀਆ ਦੇ ਵਿੱਚ ਗੁਰੂ ਨਾਨਕ ਸਾਹਿਬ 6 ਮਹੀਨੇ ਰਹੇ ਆ। ਠੀਕ। ਬੜਾ ਪ੍ਰਚਾਰ ਕੀਤਾ। ਠੀਕ ਹੈ। ਉਹ ਸਾਰੇ ਆਪਣੇ ਪ੍ਰੈਜ਼ੀਡੈਂਟ ਰਜਿੰਦਰ ਪ੍ਰਸਾਦ ਦੇ ਪਿਤਾ ਜੀ ਵੀ ਨਾਨਕਪੰਥੀ, ਜੋ 9 ਕਰੋੜ ਨਾਨਕਪੰਥੀ ਹੈਗੇ ਆ। ਠੀਕ। ਆ ਜਿੰਨੇ ਸਾਰੇ ਨਾਨਕਪੰਥੀ ਹੈ, ਇਹਨਾਂ ਨੂੰ ਇੰਟੈਗਰੇਟ ਕਰਕੇ ਪੜ੍ਹਾਈ ਦੇ ਕੇ ਮੇਨ ਸਟਰੀਮ 'ਚ ਲਿਆ ਕੇ ਤੁਸੀਂ 9 ਕਰੋੜ ਉਹ 2 ਕਰੋੜ ਉਹ 11 ਕਰੋੜ ਤੁਹਾਡੇ 60 MP ਬਣ ਜਾਏਗਾ, ਤੁਹਾਡੀ ਬੁੱਕਤ ਹੋ ਜਾਏਗੀ। ਹੁਣ ਤੁਸੀਂ 2.5 ਟੋਟਲ ਜੁੱਤੀਆਂ ਖਾਂਦੇ ਫਿਰਦੇ ਹੋ। ਇਹ ਖਾਲਸਾ ਰਾਜ ਦੇ ਮੈਂ ਬਿਲਕੁਲ ਖਿਲਾਫ ਹੈ। ਇਹਨਾਂ 'ਤੇ ਚੱਲਣਾ ਨਹੀਂ। ਆ ਦੇਖਿਆ 1969 ਦਾ ਕਿੱਥੇ ਚਲਾ ਲੈਣਗੇ ਇਹ ਲੰਬੀਆਂ ਦਾੜੀਆਂ ਵਾਲੇ। ਠੀਕ ਗੱਲ ਹੈ ਵੀ ਜੋ ਕੁਝ ਵੀ ਹੋਇਆ, ਸਾਨੂੰ ਜੋ ਮਿਲਦਾ ਵੀ ਸੀ ਉਹ ਸਾਡੇ ਲੀਡਰਸ ਦੀ ਗਲਤੀ ਕਰਕੇ ਨਿਕਲ ਗਿਆ। ਯੂਨੀਵਰਸਿਟੀ ਇਹਨਾਂ ਗਵਾ ਲਈ, ਵੈਟੀਕਨ ਸਟੇਟਸ ਇਹਨਾਂ ਗਵਾ ਲਿਆ। ਹਾਂ, ਉਹ ਵੇਖੋ ਵੈਟੀਕਨ ਸਟੇਟਸ ਬੜੀ ਵੱਡੀ ਪ੍ਰਾਪਤੀ ਹੁੰਦਾ। ਅੱਜ ਉਹ ਇੱਕ ਵਿਸ਼ੇਸ਼ ਦੁਨੀਆ ਦੇ ਵਿੱਚ ਇੱਕ ਸਥਾਨ, ਤੇ ਉਹ ਹਮੇਸ਼ਾ ਤੋਂ ਹੈਗਾ ਹੀ ਹੈ। 2 ਕਿਤਾਬਾਂ ਨੇ ਜੀ। ਹਾਂਜੀ। ਇੱਕ ਹੈਗੀ ਹੈ ਦਾ ਟ੍ਰਾਂਸਫਰ ਆਫ ਪਾਵਰ ਬਾਈ ਸਿੱਖਸ ਬਾਈ ਪ੍ਰੋਫੈਸਰ ਕਿਰਪਾਲ ਸਿੰਘ, ਉਹਨੇ ਲਿਖਿਆ, ਉਹਦੇ 'ਚ ਮਿਲ ਜਾਏਗਾ।
ਠੀਕ ਠੀਕ ਇੱਕ ਹੈਗੀ ਹੈ ਲਾਰਡ ਬੇਵਲ ਦਾ ਜਰਨਲ, ਉਹਦੀ ਡਾਇਰੀ ਲਿਖਦਾ ਹੁੰਦਾ ਸੀ। ਠੀਕ ਉਹਦੇ ਐਡੀਟਿੰਗ ਕੀਤੀ ਹੈ ਪੈਂਡਲ ਮੂਨ ਨੇ, ਉਹਦਾ ਜਰਨਲ ਆਫ ਲਾਰਡ ਬੇਵਲ, ਉਹਦੇ 'ਚ ਮਿਲ ਜਾਏਗਾ ਤੁਹਾਨੂੰ। ਠੀਕ ਠੀਕ ਹੈ ਜੀ। ਬਹੁਤ ਵਧੀਆ ਢੰਗ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜੀ। ਰਿਟਾਇਰਡ DGP NSG ਸਰਦਾਰ ਗੁਰਦਿਆਲ ਸਿੰਘ ਜੀ ਪੰਧੇਰ ਸਾਹਿਬ ਦੇ ਨਾਲ। ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗ ਰਹੀ ਹੈ? ਤੁਹਾਡੇ ਕਮੈਂਟ ਸਾਡੇ ਲਈ ਬਹੁਤ ਵੈਲਿਊਏਬਲ ਨੇ, ਔਰ ਐਸੀਆਂ ਕੁਝ ਗੱਲਾਂ ਜਿਹੜੀਆਂ ਅੱਜ ਨਵੀਂ ਪੀੜ੍ਹੀ ਨੂੰ ਨਹੀਂ ਪਤਾ। ਰਾਸ਼ਟਰੀ ਭਾਸ਼ਾ ਹਿੰਦੀ ਦਾ ਨਾਅਰਾ ਲਾਉਣ ਵਾਲੇ ਔਰ ਬੜਾ ਮਾਣ ਕਰਨ ਵਾਲੇ ਲੋਕ ਅੱਜ ਇਹ ਗੱਲ ਨੋਟ ਕਰਨ ਕਿ ਗੁਰਮੁਖ ਸਿੰਘ ਮੁਸਾਫਰ ਦੀ ਇੱਕ ਵੋਟ ਦੇ ਨਾਲ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਮਿਲਿਆ।